ਮੇਰਾ ਨਾਮ ਸੋਨੀਆ ਹੈ। ਮੈਂ 25 ਸਾਲ ਦੀ ਹਾਂ। ਜਿਵੇਂ ਹੀ ਮੇਰੀ ਪੜ੍ਹਾਈ ਪੂਰੀ ਹੋਈ, ਮੇਰੇ ਮਾਤਾ-ਪਿਤਾ ਨੂੰ ਮੇਰੇ ਵਿਆਹ ਦੀ ਫਿਕਰ ਹੋਣ ਲੱਗੀ। ਮੇਰੇ ਮਾਤਾ-ਪਿਤਾ ਮੇਰੇ ਲਈ ਮੁੰਡਾ ਦੇਖਣ ਲੱਗੇ ਸੀ। ਮੈਂ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਸੀ। ਮੈਂ ਉਹਨਾਂ ਤੋਂ ਦੂਰ ਨਹੀਂ ਹੋਣਾ ਚਾਹੁੰਦੀ ਸੀ, ਪਰ ਹਰ ਕੁੜੀ ਦੀ ਤਰ੍ਹਾਂ ਮੈਨੂੰ ਵੀ ਵਿਆਹ ਕਰਾਉਣਾ ਹੀ ਪੈਣਾ ਸੀ, ਕਿਉਂਕਿ ਇਹ ਤਾਂ ਦੁਨੀਆ ਦੀ ਰੀਤ ਹੈ। ਸਾਡੇ ਗੁਆਂਢ ਵਿੱਚ ਇੱਕ ਔਰਤ ਰਹਿੰਦੀ ਸੀ। ਉਸ ਦਾ ਇਹੀ ਕੰਮ ਸੀ, ਉਹ ਲੋਕਾਂ ਦੇ ਰਿਸ਼ਤੇ ਕਰਵਾਉਂਦੀ ਸੀ। ਮੇਰੀ ਮਾਂ ਨੇ ਉਸ ਔਰਤ ਨੂੰ ਮੇਰੇ ਲਈ ਇੱਕ ਚੰਗਾ ਜਿਹਾ ਰਿਸ਼ਤਾ ਲੱਭਣ ਲਈ ਕਿਹਾ। ਫਿਰ ਇੱਕ ਦਿਨ ਉਹ ਔਰਤ ਸਾਡੇ ਘਰ ਇੱਕ ਬਹੁਤ ਵਧੀਆ ਰਿਸ਼ਤਾ ਲੈ ਕੇ ਆਈ, ਜਿਹੜਾ ਕਿ ਮੇਰੇ ਮਾਤਾ-ਪਿਤਾ ਨੂੰ ਬਹੁਤ ਚੰਗਾ ਲੱਗਿਆ ਸੀ। ਮੁੰਡੇ ਦਾ ਖੁਦ ਦਾ ਬਿਜ਼ਨਸ ਸੀ। ਉਸ ਦੇ ਘਰ ਵਿੱਚ ਉਸ ਦੇ ਮਾਤਾ-ਪਿਤਾ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਉਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਬੇਟਾ ਸੀ। ਮੈਨੂੰ ਵੀ ਫੋਟੋ ਦੇਖਦੇ ਹੀ ਵਿਸ਼ਾਲ ਪਸੰਦ ਆ ਗਿਆ ਸੀ। ਉਹ ਕਾਫੀ ਖੂਬਸੂਰਤ ਸੀ। ਫਿਰ ਮੇਰਾ ਵਿਆਹ ਵਿਸ਼ਾਲ ਨਾਲ ਹੋ ਗਿਆ ਅਤੇ ਮੈਂ ਦੁਲਹਨ ਬਣ ਕੇ ਉਸਦੇ ਘਰ ਚਲੇ ਗਈ। ਸ਼ੁਰੂ ਵਿੱਚ ਕਈ ਦਿਨ ਬਹੁਤ ਵਧੀਆ ਲੰਘੇ ਸਨ। ਇੱਕ ਦਿਨ ਵਿਸ਼ਾਲ ਨੂੰ ਆਪਣੇ ਕੰਮ ਦੇ ਸਿਲਸਿਲੇ ਵਿੱਚ ਕਈ ਦਿਨਾਂ ਲਈ ਬਾਹਰ ਜਾਣਾ ਪਿਆ, ਇਸ ਲਈ ਮੈਂ ਕੁਝ ਉਦਾਸ ਹੋ ਗਈ ਸੀ ਤੇ ਫਿਰ ਵਿਸ਼ਾਲ ਬਾਹਰ ਚਲੇ ਗਏ। ਦਿਨ ਗੁਜ਼ਰਦੇ ਜਾ ਰਹੇ ਸੀ। ਮੈਂ ਹੁਣ ਘਰ ਦਾ ਸਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਮੈਂ ਇਕੱਲੀ ਬੈਠੀ ਘਰ ਵਿੱਚ ਕਰਦੀ ਵੀ ਕੀ। ਇੱਕ ਦਿਨ ਦੁਪਹਿਰ ਦਾ ਟਾਈਮ ਸੀ ਤੇ ਸਾਡੇ ਘਰ ਦਾ ਗਾਰਡ ਆਪਣੇ ਹੱਥ ਵਿੱਚ ਕੁਝ ਲੈ ਕੇ ਹਾਲ ਵੱਲ ਆ ਰਿਹਾ ਸੀ। ਮੈਂ ਉਸ ਨੂੰ ਪੁੱਛਿਆ ਕਿ ਕੀ ਹੋਇਆ, ਤੂੰ ਇੱਥੇ ਕੀ ਕਰਦਾ ਏਂ? ਉਸ ਨੇ ਇੱਕ ਬਾਕਸ ਮੇਰੇ ਅੱਗੇ ਰੱਖ ਦਿੱਤਾ ਤੇ ਕਿਹਾ ਕਿ ਸਾਹਿਬ ਦੇ ਲਈ ਇੱਕ ਪਾਰਸਲ ਆਇਆ ਹੈ। ਮੈਂ ਉਹ ਬਾਕਸ ਦੇਖਿਆ ਤਾਂ ਉਸ ਤੇ ਮੇਰੇ ਸਹੁਰੇ ਦੇ ਨਾਮ ਦੀ ਸਲਿੱਪ ਸੀ। ਮੈਂ ਇਹ ਦੇਖ ਕੇ ਸੋਚ ਵਿੱਚ ਪੈ ਗਈ ਕਿ ਇਸ ਉਮਰ ਵਿੱਚ ਮੇਰੇ ਸਹੁਰੇ ਨੂੰ ਕੌਣ ਪਾਰਸਲ ਭੇਜ ਸਕਦਾ ਹੈ। ਮੈਂ ਬਾਕਸ ਨੂੰ ਖੋਲ੍ਹਣ ਹੀ ਲੱਗੀ ਸੀ, ਐਨੇ ਨੂੰ ਮੇਰੀ ਸੱਸ ਨੇ ਆ ਕੇ ਉਹ ਮੇਰੇ ਤੋਂ ਖੋਹ ਲਿਆ, ਜਿਵੇਂ ਉਹਨਾਂ ਦੀ ਕੋਈ ਚੋਰੀ ਫੜੀ ਜਾ ਰਹੀ ਹੋਵੇ। ਮੈਂ ਹੈਰਾਨ ਸੀ। ਉਹਨਾਂ ਦੀ ਇਸ ਹਰਕਤ ਨਾਲ ਮੈਂ ਸੋਚ ਵਿੱਚ ਪੈ ਗਈ। ਉਹ ਮੈਨੂੰ ਬਿਨਾਂ ਕੁਝ ਕਹੇ ਅੰਦਰ ਚਲੀ ਗਈ ਤਾਂ ਉਹਨਾਂ ਦੇ ਪਿੱਛੇ ਸਸੁਰ ਜੀ ਵੀ ਕਮਰੇ ਵਿੱਚ ਚਲੇ ਗਏ ਤੇ ਦਰਵਾਜ਼ੇ ਨੂੰ ਅੰਦਰ ਤੋਂ ਬੰਦ ਕਰ ਲਿਆ। ਮੈਂ ਆਪਣੀਆਂ ਨਜ਼ਰਾਂ ਨੂੰ ਝੁਕਾ ਕੇ ਫਿਰ ਤੋਂ ਆਪਣੇ ਕੰਮ ਲੱਗ ਗਈ। ਮੈਂ ਉਸ 'ਤੇ ਇੰਨਾ ਧਿਆਨ ਨਹੀਂ ਦਿੱਤਾ। ਰਾਤ ਹੋ ਗਈ ਤੇ ਮੈਂ ਸੌਂ ਗਈ, ਪਰ ਮੇਰਾ ਧਿਆਨ ਵਾਰ-ਵਾਰ ਸੱਸ ਤੇ ਸਹੁਰੇ ਵੱਲ ਜਾ ਰਿਹਾ ਸੀ। ਪਤਾ ਨਹੀਂ ਉਹ ਬਾਕਸ ਵਿੱਚ ਕੀ ਸੀ ਜਿਹੜਾ ਮੇਰੀ ਸੱਸ ਨੇ ਮੇਰੇ ਤੋਂ ਇਸ ਤਰ੍ਹਾਂ ਖੋਹਿਆ ਸੀ, ਤੇ ਉਹ ਥੋੜਾ ਘਬਰਾਈ ਹੋਈ ਵੀ ਸੀ। ਸਵੇਰੇ ਮੈਂ ਆਪਣੇ ਵਿਹੜੇ ਵਿੱਚ ਬੈਠੀ ਸੀ। ਜਦ ਮੈਂ ਸਹੁਰੇ ਨੂੰ ਬਾਹਰ ਆਉਂਦੇ ਹੋਏ ਦੇਖਿਆ ਤਾਂ ਮੈਂ ਹੈਰਾਨੀ ਨਾਲ ਉਸ ਵੱਲ ਦੇਖਣ ਲੱਗੀ। ਉਹਨਾਂ ਨੇ ਆਪਣੇ ਉੱਪਰ ਇੱਕ ਚਾਦਰ ਲਈ ਹੋਈ ਸੀ। ਉਹ ਪਤਾ ਨਹੀਂ ਉਸ ਚਾਦਰ ਵਿੱਚ ਕੀ ਲੁਕੋ ਰਹੇ ਸਨ, ਜਾਂ ਫਿਰ ਮੈਨੂੰ ਅਜਿਹਾ ਲੱਗ ਰਿਹਾ ਸੀ। ਪਰ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਹਨਾਂ ਦੀਆਂ ਲੱਤਾਂ ਵਿੱਚ ਹਮੇਸ਼ਾ ਦਰਦ ਰਹਿੰਦਾ ਸੀ ਤੇ ਉਹਨਾਂ ਤੋਂ ਚੱਲਿਆ ਵੀ ਨਹੀਂ ਜਾਂਦਾ ਸੀ। ਪਰ ਉਹ ਅੱਜ ਇੰਨੀ ਜਲਦੀ ਕਿੱਥੇ ਜਾ ਰਹੇ ਸਨ? ਥੋੜ੍ਹੀ ਦੇਰ ਬਾਅਦ ਉਹ ਵਾਪਸ ਆ ਗਏ। ਮੈਂ ਹੈਰਾਨ ਹੋ ਗਈ ਕਿ ਜਿਵੇਂ ਕੱਲ੍ਹ ਹੋਇਆ ਸੀ ਅੱਜ ਵੀ ਉਵੇਂ ਹੀ ਹੋਇਆ। ਮੇਰੀ ਸੱਸ ਤੇ ਸਹੁਰਾ ਆਪਣੇ ਕਮਰੇ ਵਿੱਚ ਚਲੇ ਗਏ। ਮੈਂ ਵੀ ਉਹਨਾਂ ਦੇ ਪਿੱਛੇ ਕਮਰੇ ਵੱਲ ਜਾਣ ਲੱਗੀ ਤਾਂ ਮੇਰੀ ਸੱਸ ਨੇ ਮੇਰੇ ਮੂੰਹ 'ਤੇ ਹੀ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਹੈਰਾਨ ਹੋ ਗਈ। ਮੈਂ ਦਰਵਾਜ਼ੇ ਨਾਲ ਲੱਗ ਕੇ ਸੁਣਨਾ ਚਾਹਿਆ ਕਿ ਉਹ ਅੰਦਰ ਕੀ ਗੱਲ ਕਰ ਰਹੇ ਹਨ, ਪਰ ਮੈਨੂੰ ਅੰਦਰ ਤੋਂ ਸਿਰਫ ਸ਼ੋਰ ਹੀ ਸੁਣਾਈ ਦਿੱਤਾ। ਮੈਂ ਹੈਰਾਨ ਸੀ ਕਿ ਅੰਦਰ ਤਾਂ ਸਿਰਫ 2 ਹੀ ਜਣੇ ਹਨ, ਫਿਰ ਇੰਨਾ ਸ਼ੋਰ ਕਿੱਥੋਂ ਆ ਰਿਹਾ ਹੈ। ਫਿਰ ਮੈਂ ਆਪਣੇ ਕਮਰੇ ਵਿੱਚ ਚਲੇ ਗਈ। ਇਸੇ ਤਰ੍ਹਾਂ ਦਿਨ ਗੁਜ਼ਰਦੇ ਜਾ ਰਹੇ ਸੀ। ਮੇਰਾ ਸਹੁਰਾ ਰੋਜ਼ ਸਵੇਰੇ ਪਤਾ ਨਹੀਂ ਕਿੱਥੇ ਜਾ ਕੇ ਆਉਂਦਾ ਤੇ ਉਸ ਦੇ ਹੱਥ ਵਿੱਚ ਇੱਕ ਚੀਜ਼ ਫੜੀ ਹੁੰਦੀ, ਜਿਹੜੀ ਉਹ ਮੈਨੂੰ ਦਿਖਾਉਣਾ ਨਹੀਂ ਚਾਹੁੰਦੇ ਸਨ, ਪਰ ਮੈਂ ਜਾਣਨਾ ਚਾਹੁੰਦੀ ਸੀ ਕਿ ਉਹ ਕੀ ਹੈ। ਅੱਜ ਸਵੇਰੇ ਵੀ ਜਦ ਉਹ ਵਾਪਸ ਆਏ ਤਾਂ ਮੈਂ ਹੈਰਾਨ ਰਹਿ ਗਈ, ਕਿਉਂਕਿ ਮੈਂ ਜਾਣ ਚੁੱਕੀ ਸੀ ਕਿ ਉਹਨਾਂ ਦੇ ਹੱਥ ਵਿੱਚ ਕੀ ਹੈ। ਸ਼ਾਇਦ ਉਹ ਚੀਜ਼ ਉਹ ਨਾ ਹੋਵੇ ਜੋ ਮੈਂ ਸੋਚ ਰਹੀ ਸੀ। ਕੁਝ ਕਹਿ ਨਹੀਂ ਸਕਦੇ, ਪਰ ਮੈਨੂੰ ਸ਼ੱਕ ਸੀ ਕਿ ਉਹਨਾਂ ਦੇ ਹੱਥ ਵਿੱਚ ਇੱਕ ਫਿਲਮ ਦੀ CD ਹੈ। ਮੈਂ ਹੈਰਾਨ ਸੀ ਕਿ ਸੱਸ ਸਹੁਰਾ ਫਿਲਮ ਦੇਖਦੇ ਹਨ ਤੇ ਉਹ ਅਜਿਹੀ ਕਿਹੜੀ ਫਿਲਮ ਦੇਖਦੇ ਹਨ ਕਿ ਉਹਨਾਂ ਨੂੰ ਕਮਰਾ ਬੰਦ ਕਰਨਾ ਪੈਂਦਾ ਹੈ। ਫਿਰ ਮੈਂ ਇਹ ਫੈਸਲਾ ਕੀਤਾ ਕਿ ਮੈਂ ਪਤਾ ਕਰਕੇ ਹੀ ਰਹਾਂਗੀ ਕਿ ਸੱਸ ਤੇ ਸਹੁਰਾ ਅਜਿਹਾ ਕੀ ਦੇਖਦੇ ਹਨ। ਉਸ ਸਮੇਂ ਮੇਰਾ ਸਹੁਰਾ ਬਾਹਰ ਤੋਂ ਆ ਗਿਆ ਤੇ ਉਹਨਾਂ ਦੇ ਹੱਥ ਵਿੱਚ ਇੱਕ ਫਿਲਮ ਦੀ CD ਸੀ। ਉਹ ਤੇਜ਼ੀ ਨਾਲ ਕਮਰੇ ਵੱਲ ਜਾਣ ਲੱਗੇ। ਉਹ ਕਮਰੇ ਦਾ ਦਰਵਾਜ਼ਾ ਬੰਦ ਹੀ ਕਰਨ ਲੱਗੇ ਸੀ ਕਿ ਮੈਂ ਜਲਦੀ ਨਾਲ ਕਮਰੇ ਦੇ ਵਿੱਚ ਚਲੇ ਗਈ। ਮੈਂ ਉਹਨਾਂ ਨੂੰ ਕਿਹਾ ਕਿ ਉਹ ਦਰਵਾਜ਼ਾ ਬੰਦ ਕਰਕੇ ਅੰਦਰ ਕੀ ਕਰਦੇ ਹਨ, ਜਿਸ ਨਾਲ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ। ਫਿਰ ਮੇਰੇ ਸਹੁਰੇ ਨੇ ਜਵਾਬ ਦਿੱਤਾ ਕਿ ਉਹ ਫਿਲਮ ਦੇਖਦੇ ਹਨ। ਮੈਂ ਸਵਾਲੀਆ ਨਜ਼ਰਾਂ ਨਾਲ ਉਹਨਾਂ ਵੱਲ ਦੇਖ ਰਹੀ ਸੀ। ਜੇ ਉਹ ਫਿਲਮ ਦੇਖਦੇ ਹਨ ਤਾਂ ਉਹ ਸਭ ਦੇ ਸਾਹਮਣੇ ਕਿਉਂ ਨਹੀਂ ਦੇਖਦੇ? ਉਹਨਾਂ ਨੂੰ ਫਿਲਮ ਦਰਵਾਜ਼ਾ ਬੰਦ ਕਰਕੇ ਕਿਉਂ ਦੇਖਣੀ ਪੈਂਦੀ ਹੈ? ਅਜਿਹੀ ਕਿਹੜੀ ਜ਼ਰੂਰਤ ਹੈ? ਮੈਨੂੰ ਉਹਨਾਂ ਦੀਆਂ ਗੱਲਾਂ 'ਤੇ ਸ਼ੱਕ ਹੋਣ ਲੱਗਿਆ ਸੀ, ਪਰ ਮੈਂ ਚੁੱਪ ਰਹੀ ਤੇ ਉੱਥੋਂ ਚਲੇ ਗਈ।
ਫਿਰ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ। ਮੈਂ ਦਰਵਾਜ਼ੇ ਦੇ ਕੋਲ ਆ ਕੇ ਕੰਨ ਲਗਾ ਕੇ ਸੁਣਨ ਲੱਗੀ ਕਿ ਉਹ ਸੱਚਮੁੱਚ ਹੀ ਫਿਲਮ ਦੇਖਦੇ ਹਨ ਜਾਂ ਫਿਰ ਝੂਠ ਬੋਲ ਰਹੇ ਹਨ। ਪਰ ਅੰਦਰੋਂ ਮੈਨੂੰ ਸ਼ੋਰ ਦੀ ਆਵਾਜ਼ ਸੁਣਾਈ ਦੇਣ ਲੱਗੀ, ਜਿਸ ਨਾਲ ਮੈਨੂੰ ਥੋੜਾ ਬਹੁਤ ਯਕੀਨ ਹੋ ਗਿਆ ਕਿ ਕੀ ਪਤਾ ਉਹ ਸੱਚਮੁੱਚ ਫਿਲਮ ਦੇਖ ਰਹੇ ਹੋਣ। ਪਰ ਹੁਣ ਅਜਿਹਾ ਰੋਜ਼-ਰੋਜ਼ ਹੋਣ ਲੱਗਾ ਸੀ। ਮੇਰੇ ਸੱਸੂ ਰੋਜ਼ ਫਿਲਮ ਦੀ ਸੀਡੀ ਲੈ ਕੇ ਆਉਂਦੇ ਤੇ ਮੇਰੀ ਸੱਸ ਤੇ ਸਹੁਰਾ ਆਪਣੇ ਕਮਰੇ ਵਿੱਚ ਚਲੇ ਜਾਂਦੇ, ਦਰਵਾਜ਼ਾ ਬੰਦ ਕਰ ਦਿੰਦੇ ਤੇ ਫਿਲਮ ਦੇਖਣ ਲੱਗ ਜਾਂਦੇ, ਜਦ ਕਿ ਮੈਂ ਬਾਹਰ ਪਰੇਸ਼ਾਨ ਇਕੱਲੀ ਬੈਠੀ ਰਹਿੰਦੀ ਸੀ। ਵਿਆਹ ਤੋਂ ਪਹਿਲਾਂ ਮੈਂ ਸੁਣਿਆ ਸੀ ਕਿ ਘਰ ਦੇ ਬੜੇ ਬਜ਼ੁਰਗ ਘਰ ਦੀ ਰੌਣਕ ਹੁੰਦੇ ਹਨ, ਪਰ ਇੱਥੇ ਤਾਂ ਉਲਟਾ ਹੀ ਸੀ। ਉਹ ਸਾਰਾ ਦਿਨ ਕਮਰੇ ਵਿੱਚ ਬੜੇ ਰਹਿੰਦੇ, ਮੈਂ ਇਕੱਲੀ ਐਡੇ ਵੱਡੇ ਘਰ ਵਿੱਚ ਇੱਧਰ ਉੱਧਰ ਫਿਰਦੀ ਰਹਿੰਦੀ। ਉਹਨਾਂ ਨੂੰ ਇੰਨਾ ਵੀ ਨਹੀਂ ਸੀ ਕਿ ਉਹ 2 ਘੜੀ ਬੈਠ ਕੇ ਮੇਰੇ ਕੋਲ ਗੱਲਾਂ ਕਰ ਲੈਣ। ਇੱਕ ਦਿਨ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਤੇ ਆਪਣੀ ਬੇਚੈਨੀ ਨੂੰ ਦੂਰ ਕਰਨ ਲਈ ਮੇਰੇ ਕੋਲ ਇਹੀ ਇੱਕ ਤਰੀਕਾ ਸੀ। ਪਰ ਅਗਲੇ ਦਿਨ ਮੈਂ ਹੈਰਾਨ ਰਹਿ ਗਈ ਕਿ ਮੇਰੇ ਸਸੁਰ ਸੀਡੀ ਲੈ ਕੇ ਨਹੀਂ ਆਏ ਸਨ, ਬਲਕਿ ਉਹ ਘਰ ਤੋਂ ਨਿਕਲੇ ਹੀ ਨਹੀਂ ਸੀ ਤੇ ਨਾ ਹੀ ਘਰ ਵਿੱਚ ਕੋਈ ਪਾਰਸਲ ਜਾਂ ਬਾਕਸ ਆਇਆ ਸੀ। ਮੈਂ ਇੰਤਜ਼ਾਰ ਵਿੱਚ ਸੀ ਕਿ ਕਦ ਸੀਡੀ ਆਵੇ, ਪਰ ਜਦ 5-6 ਦਿਨ ਲੰਘ ਗਏ ਸਨ ਪਰ ਮੇਰੇ ਸਸੁਰ ਘਰ ਤੋਂ ਬਾਹਰ ਕਿਤੇ ਨਹੀਂ ਗਏ। ਜਦ ਮੈਂ ਗੱਲਾਂ-ਗੱਲਾਂ ਵਿੱਚ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ਬੇਟਾ ਤੂੰ ਤਾਂ ਜਾਣਦੀ ਹੀ ਆ ਕਿ ਮੇਰੀਆਂ ਲੱਤਾਂ ਵਿੱਚ ਦਰਦ ਰਹਿੰਦਾ ਹੈ, ਇਸ ਲਈ ਮੈਂ ਬਾਹਰ ਨਹੀਂ ਜਾ ਸਕਿਆ। ਮੈਂ ਇਸ ਗੱਲ 'ਤੇ ਭਰੋਸਾ ਕਰਨ ਦੀ ਥਾਂ ਹੈਰਾਨ ਸੀ, ਕਿਉਂਕਿ ਉਹਨਾਂ ਦੀਆਂ ਲੱਤਾਂ ਵਿੱਚ ਦਰਦ ਦਾ ਤਾਂ ਮੈਨੂੰ ਪਤਾ ਹੀ ਸੀ, ਕਿਉਂਕਿ ਉਹ ਤਾਂ ਸ਼ੁਰੂ ਤੋਂ ਸੀ ਤੇ ਸੀਡੀ ਤਾਂ ਪਹਿਲਾਂ ਵੀ ਲਿਆਉਂਦੇ ਸੀ ਤੇ ਇਹੀ ਗੱਲ ਮੈਂ ਉਹਨਾਂ ਨੂੰ ਕਹਿ ਦਿੱਤੀ ਕਿ ਦਰਦ ਤਾਂ ਤੁਹਾਡੀ ਲੱਤਾਂ ਵਿੱਚ ਸ਼ੁਰੂ ਤੋਂ ਹੀ ਰਹਿੰਦਾ ਸੀ। ਤੁਸੀਂ ਸੀਡੀ ਤਾਂ ਰੋਜ਼ ਲੈ ਕੇ ਆਉਂਦੇ ਸੀ, ਫਿਰ ਹੁਣ 5-6 ਦਿਨਾਂ ਤੋਂ ਕਿਉਂ ਨਹੀਂ ਲੈ ਕੇ ਆਏ? ਤਾਂ ਇਹ ਗੱਲ ਸੁਣ ਕੇ ਉਹਨਾਂ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ। ਉਹ ਮੈਨੂੰ ਗੁੱਸੇ ਨਾਲ ਕਹਿਣ ਲੱਗੇ ਕਿ ਮੈਂ ਉਹਨਾਂ ਦੀ ਕਿਸੇ ਵੀ ਗੱਲ ਵਿੱਚ ਕੋਈ ਦਖਲ ਨਾ ਦੇਵਾਂ, ਉਹਨਾਂ ਦੀ ਕੋਈ ਗੱਲ ਨਾਲ ਕੋਈ ਮਤਲਬ ਨਾ ਰੱਖਾਂ, ਨਹੀਂ ਤਾਂ ਮੇਰੇ ਲਈ ਚੰਗਾ ਨਹੀਂ ਹੋਵੇਗਾ। ਮੈਂ ਹੈਰਾਨ ਹੋ ਗਈ ਤੇ ਰੋਂਦੀ ਹੋਈ ਉੱਥੋਂ ਚਲੀ ਗਈ। ਇਸ ਤਰ੍ਹਾਂ ਉਹਨਾਂ ਨੇ ਮੈਨੂੰ ਗੁੱਸੇ ਵਿੱਚ ਕਿਹਾ ਸੀ। ਮੈਨੂੰ ਉਹਨਾਂ ਤੋਂ ਹੁਣ ਡਰ ਲੱਗਣ ਲੱਗਿਆ ਸੀ। ਹੁਣ ਮੇਰਾ ਸ਼ੱਕ ਯਕੀਨ ਵਿੱਚ ਬਦਲਦਾ ਜਾ ਰਿਹਾ ਸੀ ਕਿ ਜ਼ਰੂਰ ਕੋਈ ਨਾ ਕੋਈ ਗੱਲ ਤਾਂ ਹੈ। ਅਗਲੇ ਦਿਨ ਉਹ ਸੀਡੀ ਲੈ ਆਏ ਤੇ ਫਿਲਮ ਦੇਖਣ ਲਈ ਸੱਸ ਦੇ ਨਾਲ ਕਮਰੇ ਵਿੱਚ ਚਲੇ ਗਏ। ਮੈਂ ਤੁਰੰਤ ਹੀ ਉਹਨਾਂ ਦੇ ਪਿੱਛੇ ਕਮਰੇ ਵਿੱਚ ਚਲੀ ਗਈ। ਮੈਨੂੰ ਡਰ ਵੀ ਲੱਗ ਰਿਹਾ ਸੀ, ਪਰ ਮੈਂ ਹਿੰਮਤ ਰੱਖੀ। ਮੈਂ ਸੱਸ ਸਹੁਰੇ ਕੋਲ ਗਈ ਤੇ ਉਹਨਾਂ ਨੂੰ ਕਿਹਾ ਕਿ ਮੈਂ ਵੀ ਇਹ ਫਿਲਮ ਦੇਖਣੀ ਹੈ। ਮੈਂ ਕਈ ਦਿਨਾਂ ਤੋਂ ਇਹੀ ਸੋਚਿਆ ਹੋਇਆ ਸੀ ਕਿ ਮੈਂ ਵੀ ਫਿਲਮ ਦੇਖ ਕੇ ਹੀ ਰਹਾਂਗੀ, ਤਾਂ ਜੋ ਮੇਰੇ ਮਨ ਵਿਚਲਾ ਸ਼ੱਕ ਦੂਰ ਹੋ ਜਾਵੇ। ਪਰ ਮੈਂ ਆਪਣੇ ਸਹੁਰੇ ਦੀ ਗੱਲ ਸੁਣ ਕੇ ਦੰਗ ਰਹਿ ਗਈ। ਉਹਨਾਂ ਨੇ ਕਿਹਾ ਕਿ ਇਹ ਫਿਲਮ ਤੂੰ ਨਹੀਂ ਦੇਖ ਸਕਦੀ। ਮੈਂ ਹੈਰਾਨੀ ਨਾਲ ਪੁੱਛਿਆ ਕਿ ਮੈਂ ਇਹ ਫਿਲਮ ਕਿਉਂ ਨਹੀਂ ਦੇਖ ਸਕਦੀ? ਉਹਨਾਂ ਨੇ ਕਿਹਾ ਕਿ ਇਹ ਸਾਡੇ ਜ਼ਮਾਨੇ ਦੀ ਫਿਲਮ ਹੈ, ਤੂੰ ਇਸ ਨੂੰ ਨਹੀਂ ਦੇਖ ਸਕੇਂਗੀ। ਇੰਨਾ ਕਹਿ ਕੇ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ। ਮੈਂ ਬਾਹਰ ਖੜੀ ਸੋਚਾਂ ਵਿੱਚ ਡੁੱਬ ਗਈ ਕਿ ਜੇ ਉਹਨਾਂ ਦੇ ਜ਼ਮਾਨੇ ਦੀ ਫਿਲਮ ਸੀ ਤਾਂ ਮੈਂ ਕਿਉਂ ਨਹੀਂ ਦੇਖ ਸਕਦੀ ਸੀ? ਉਹ ਮੈਨੂੰ ਕਿਉਂ ਰੋਕ ਰਹੇ ਸਨ? ਮੈਂ ਬਾਹਰ ਹੀ ਬੈਠ ਗਈ। ਥੋੜੀ ਦੇਰ ਬਾਅਦ ਸੱਸ ਤੇ ਸਹੁਰਾ ਵੀ ਬਾਹਰ ਆ ਗਏ। ਮੈਂ ਉਹਨਾਂ ਨੂੰ ਕੁਝ ਨਹੀਂ ਪੁੱਛਿਆ ਕਿ ਉਹਨਾਂ ਨੂੰ ਮੇਰੇ 'ਤੇ ਸ਼ੱਕ ਨਾ ਹੋ ਜਾਵੇ, ਇਸ ਲਈ ਮੈਂ ਚੁੱਪ ਹੀ ਰਹੀ। ਅੱਜ ਤਾਂ ਮੈਨੂੰ ਸਹੁਰੇ ਦੇ ਚਿਹਰੇ 'ਤੇ ਥੋੜੀ ਪਰੇਸ਼ਾਨੀ ਵੀ ਨਜ਼ਰ ਆ ਰਹੀ ਸੀ। ਦਿਨ ਲੰਘ ਗਿਆ ਸੀ ਪਰ ਮੈਨੂੰ ਅਜੇ ਤੱਕ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ਸੀ। ਰਾਤ ਹੋ ਗਈ। ਮੈਂ ਆਪਣੇ ਕਮਰੇ ਵਿੱਚ ਸੌਣ ਲਈ ਚਲੀ ਗਈ ਤੇ ਮੇਰੇ ਸੱਸ ਸਹੁਰਾ ਵੀ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ। ਅੱਧੀ ਰਾਤ ਮੈਨੂੰ ਬੇਚੈਨੀ ਜਿਹੀ ਹੋਈ ਤੇ ਮੈਂ ਆਪਣੇ ਕਮਰੇ ਵਿੱਚੋਂ ਉੱਠ ਕੇ ਬਾਹਰ ਆ ਗਈ। ਜਦ ਮੈਂ ਬਾਹਰ ਵਿਹੜੇ ਵਿੱਚ ਆਈ ਤਾਂ ਮੈਂ ਦੇਖ ਕੇ ਹੈਰਾਨ ਰਹਿ ਗਈ, ਕਿਉਂਕਿ ਬਾਹਰ ਦਰਵਾਜ਼ੇ ਤੇ ਕੋਈ 2 ਆਦਮੀ ਖੜੇ ਸਨ। ਪਹਿਲਾਂ ਤਾਂ ਮੈਂ ਡਰ ਗਈ ਤੇ ਸੋਚਿਆ ਕਿ ਅੰਦਰ ਚਲੇ ਜਾਵਾਂ। ਫਿਰ ਹਿੰਮਤ ਕਰਕੇ ਉਹਨਾਂ ਤੋਂ ਪੁੱਛਿਆ, ਤੁਸੀਂ ਕੌਣ ਹੋ? ਦੋਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ, ਜਿਸ ਦੀ ਵਜ੍ਹਾ ਨਾਲ ਮੈਂ ਉਹਨਾਂ ਨੂੰ ਦੇਖ ਨਾ ਸਕੀ। ਅਚਾਨਕ ਮੇਰੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਤੇ ਮੈਂ ਉੱਥੇ ਹੀ ਡਿੱਗ ਪਈ। ਮੈਨੂੰ ਨਹੀਂ ਪਤਾ ਕਿ ਉਹ 2 ਆਦਮੀ ਕੌਣ ਸਨ ਤੇ ਸਾਡੇ ਘਰ ਵਿੱਚ ਕੀ ਕਰ ਰਹੇ ਸਨ। ਸਵੇਰੇ ਜਦ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਆਪਣੇ ਕਮਰੇ ਵਿੱਚ ਸੀ। ਮੇਰੇ ਸਿਰ ਵਿੱਚ ਬਹੁਤ ਤੇਜ਼ ਦਰਦ ਹੋ ਰਿਹਾ ਸੀ। ਮੈਂ ਇਹ ਸੋਚ ਰਹੀ ਸੀ ਕਿ ਮੈਂ ਕਮਰੇ ਵਿੱਚ ਕਿਵੇਂ ਆਈ। ਮੈਨੂੰ ਕੁਝ ਵੀ ਯਾਦ ਨਹੀਂ ਸੀ। ਫਿਰ ਅਚਾਨਕ ਮੈਨੂੰ ਰਾਤ ਦੀ ਗੱਲ ਯਾਦ ਆਈ ਤੇ ਮੈਂ ਬਾਹਰ ਵੱਲ ਭੱਜੀ। ਬਾਹਰ ਮੇਰੇ ਸੱਸ ਸਹੁਰਾ ਦੋਨੋਂ ਬੈਠੇ ਸਨ। ਉਹਨਾਂ ਨੇ ਮੈਨੂੰ ਆਪਣੇ ਕੋਲ ਬਿਠਾਇਆ। ਮੈਂ ਉਹਨਾਂ ਨੂੰ ਪੂਰੀ ਗੱਲ ਦੱਸੀ ਕਿ ਮੈਂ ਰਾਤ ਦੇ ਹਨੇਰੇ ਵਿੱਚ 2 ਆਦਮੀਆਂ ਨੂੰ ਆਪਣੇ ਘਰ ਵਿੱਚ ਦੇਖਿਆ ਸੀ। ਮੈਂ ਬਹੁਤ ਪਰੇਸ਼ਾਨ ਸੀ। ਉਹਨਾਂ ਦੀ ਗੱਲ ਸੁਣ ਕੇ ਮੈਂ ਥੋੜਾ ਸ਼ਰਮਿੰਦਾ ਹੋਈ। ਮੇਰੀ ਸੱਸ ਨੇ ਮੈਨੂੰ ਕਿਹਾ ਕਿ ਤੂੰ ਸਾਨੂੰ ਆਵਾਜ਼ ਲਗਾ ਦਿੰਦੀ, ਜੇ ਅਜਿਹੀ ਕੋਈ ਗੱਲ ਸੀ ਤਾਂ ਤੂੰ ਸਾਨੂੰ ਬੁਲਾ ਲੈਂਦੀ। ਪਰ ਮੇਰੇ ਦਿਮਾਗ ਵਿੱਚ ਇਹ ਸਭ ਆਇਆ ਹੀ ਨਹੀਂ ਸੀ, ਕਿਉਂਕਿ ਉਹਨਾਂ ਦਾ ਦਰਵਾਜ਼ਾ ਬੰਦ ਸੀ, ਇਸ ਲਈ ਮੇਰਾ ਧਿਆਨ ਹੀ ਨਹੀਂ ਗਿਆ। ਪਰ ਸਹੁਰੇ ਦੀ ਗੱਲ ਸੁਣ ਕੇ ਮੈਂ ਹੋਰ ਵੀ ਜ਼ਿਆਦਾ ਹੈਰਾਨ ਹੋ ਗਈ।
ਉਹ ਮੈਨੂੰ ਕਹਿ ਰਹੇ ਸੀ ਕਿ ਇਹ ਤੇਰਾ ਜ਼ਰੂਰ ਵਹਿਮ ਹੋਵੇਗਾ। ਮੈਂ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਮੇਰਾ ਵਹਿਮ ਨਹੀਂ ਸੀ। ਫਿਰ ਉਹਨਾਂ ਨੇ ਗਾਰਡ ਨੂੰ ਬੁਲਾਇਆ ਤੇ ਉਸ ਨੂੰ ਪੁੱਛਿਆ ਕਿ ਕੀ ਕੱਲ੍ਹ ਰਾਤ ਇੱਥੇ 2 ਆਦਮੀ ਆਏ ਸਨ। ਉਸ ਸਮੇਂ ਮੇਰੇ ਹੋਸ਼ ਉੱਡ ਗਏ ਜਦੋਂ ਗਾਰਡ ਨੇ ਕਿਹਾ ਕਿ ਮੈਂ ਸਾਰੀ ਰਾਤ ਡਿਊਟੀ 'ਤੇ ਜਾਗ ਰਿਹਾ ਸੀ। ਇੱਥੇ ਕੋਈ ਆਦਮੀ ਨਹੀਂ ਆਏ। ਜੇ ਅਜਿਹਾ ਕੁਝ ਹੁੰਦਾ ਤਾਂ ਸਾਨੂੰ ਪਤਾ ਚੱਲ ਜਾਂਦਾ। ਦੂਜਾ ਗਾਰਡ ਵੀ ਇਹੀ ਕਹਿ ਰਿਹਾ ਸੀ। ਮੈਂ ਬਿਲਕੁਲ ਪਰੇਸ਼ਾਨ ਹੋ ਗਈ ਸੀ। ਹੁਣ ਤਾਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਂ ਪਾਗਲ ਹੋ ਜਾਵਾਂਗੀ। ਮੈਂ ਉਹਨਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮੇਰੀ ਸੱਸ ਨੇ ਮੈਨੂੰ ਸ਼ਾਂਤ ਕਰ ਦਿੱਤਾ ਕਿ ਮੈਂ ਕਈ ਦਿਨਾਂ ਤੋਂ ਚੰਗੀ ਤਰ੍ਹਾਂ ਖਾ ਪੀ ਨਹੀਂ ਰਹੀ ਹਾਂ। ਸ਼ਾਇਦ ਕਮਜ਼ੋਰੀ ਦੀ ਵਜ੍ਹਾ ਨਾਲ ਡਿੱਗ ਗਈ ਹੋਵਾਂਗੀ। ਮੈਂ ਚੁੱਪ ਹੋ ਗਈ। ਸਾਰਾ ਦਿਨ ਮੈਂ ਸੋਚਾਂ ਵਿੱਚ ਪਈ ਰਹੀ ਕਿ ਕੀ ਇਹ ਮੇਰਾ ਵਹਿਮ ਸੀ। ਕਦੇ ਮੈਨੂੰ ਲੱਗਦਾ ਕਿ ਸੱਚਮੁੱਚ ਉੱਥੇ ਕੋਈ ਸੀ ਤੇ ਉਹਨਾਂ ਵਿੱਚੋਂ ਇੱਕ ਆਦਮੀ ਨੇ ਹੀ ਮੈਨੂੰ ਬੇਹੋਸ਼ ਕੀਤਾ ਸੀ। ਕੀ ਸੱਚ ਸੀ ਤੇ ਕੀ ਝੂਠ, ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਰਾਤ ਦੇ 10 ਵੱਜ ਚੁੱਕੇ ਸਨ ਜਦ ਮੈਂ ਆਪਣੇ ਸਹੁਰੇ ਨੂੰ ਘਰ ਤੋਂ ਬਾਹਰ ਜਾਂਦੇ ਹੋਏ ਦੇਖਿਆ। ਮੈਂ ਬਿਨਾਂ ਕੁਝ ਸੋਚੇ ਸਮਝੇ ਉਹਨਾਂ ਦੇ ਪਿੱਛੇ ਚੱਲ ਪਈ ਕਿ ਸ਼ਾਇਦ ਮੈਨੂੰ ਕੁਝ ਪਤਾ ਲੱਗ ਸਕੇ। ਸ਼ਾਇਦ ਮੈਂ ਜਾਣ ਸਕਾਂ ਕਿ ਫਿਲਮ ਦਾ ਕੀ ਰਾਜ਼ ਹੈ। ਮੈਂ ਚੋਰੀ ਛੁਪੇ ਉਹਨਾਂ ਦਾ ਪਿੱਛਾ ਕਰਨ ਲੱਗੀ। ਅੱਗੇ ਜਾ ਕੇ ਉਹ ਇੱਕ ਦੁਕਾਨ 'ਤੇ ਰੁਕੇ। ਸ਼ਾਇਦ ਉਹ ਉਹੀ ਸੀਡੀ ਵਾਲੀ ਦੁਕਾਨ ਹੋਵੇਗੀ। 10 ਮਿੰਟ ਬਾਅਦ ਉਹ ਦੁਕਾਨ ਤੋਂ ਬਾਹਰ ਨਿਕਲੇ ਤਾਂ ਉਹਨਾਂ ਦੇ ਹੱਥ ਵਿੱਚ ਸੱਚਮੁੱਚ ਹੀ ਇੱਕ ਸੀਡੀ ਸੀ। ਉਹਨਾਂ ਦੇ ਜਾਣ ਤੋਂ ਬਾਅਦ ਮੈਂ ਉਸ ਦੁਕਾਨ ਵਿੱਚ ਗਈ ਕਿ ਕੀ ਪਤਾ ਦੁਕਾਨਦਾਰ ਤੋਂ ਮੈਨੂੰ ਕੁਝ ਪਤਾ ਚੱਲ ਸਕੇ। ਇਸ ਲਈ ਮੈਂ ਦੁਕਾਨਦਾਰ ਤੋਂ ਕੁਝ ਪੁੱਛਣ ਲੱਗੀ, ਪਰ ਮੈਂ ਕੁਝ ਸੋਚਦੇ ਹੋਏ ਉੱਥੇ ਹੀ ਰੁਕ ਗਈ ਤੇ 2 ਸੀਡੀਆਂ ਖਰੀਦ ਕੇ ਵਾਪਸ ਆ ਗਈ। ਜਦ ਮੈਂ ਘਰ ਆਈ ਤਾਂ ਸੱਸ ਸਹੁਰੇ ਦਾ ਕਮਰਾ ਉਸੇ ਤਰ੍ਹਾਂ ਬੰਦ ਸੀ। ਮੈਂ ਦੁਕਾਨਦਾਰ ਤੋਂ ਕੋਈ ਸਵਾਲ ਜਵਾਬ ਨਹੀਂ ਕੀਤਾ ਕਿਉਂਕਿ ਕੀ ਪਤਾ ਉਹ ਮੇਰੇ ਸਹੁਰੇ ਨੂੰ ਦੱਸ ਦੇਵੇ, ਜਿਸ ਦੀ ਵਜ੍ਹਾ ਨਾਲ ਮੈਂ ਕਿਸੇ ਮੁਸ਼ਕਿਲ ਵਿੱਚ ਪੈ ਜਾਂਦੀ ਤੇ ਮੈਂ ਅਜਿਹਾ ਕੋਈ ਖਤਰਾ ਮੋਲ ਨਹੀਂ ਲੈਣਾ ਚਾਹੁੰਦੀ ਸੀ। ਇਸ ਲਈ ਮੈਂ ਉਸ ਦੁਕਾਨਦਾਰ ਤੋਂ ਕੁਝ ਨਹੀਂ ਪੁੱਛਿਆ। ਜੋ ਕੁਝ ਵੀ ਕਰਨਾ ਸੀ ਉਹ ਮੈਨੂੰ ਖੁਦ ਹੀ ਕਰਨਾ ਪੈਣਾ ਸੀ। ਅਗਲੇ ਦਿਨ ਦੁਪਹਿਰ ਨੂੰ ਮੇਰਾ ਸਹੁਰਾ ਉਹ ਸੀਡੀ ਲੈ ਕੇ ਆਇਆ। ਮੈਂ ਇੱਕ ਗੱਲ ਨੋਟ ਕੀਤੀ ਸੀ, ਕਦੇ ਸੀਡੀ ਉਹ ਦੁਪਹਿਰ ਨੂੰ ਲਿਆਉਂਦੇ ਸਨ ਤੇ ਕਦੇ ਰਾਤ ਨੂੰ ਤੇ ਕਦੇ ਸਵੇਰੇ। ਪਰ ਅਜਿਹਾ ਕਿਉਂ? ਇਹਨਾਂ ਸਵਾਲਾਂ ਨੇ ਮੇਰੇ ਦਿਮਾਗ ਨੂੰ ਹਿਲਾ ਕੇ ਰੱਖ ਦਿੱਤਾ ਸੀ। ਮੈਂ ਇਹ ਸਭ ਸੋਚ ਹੀ ਰਹੀ ਸੀ ਕਿ ਅਚਾਨਕ ਮੇਰੇ ਪਤੀ ਦਾ ਫੋਨ ਆਇਆ ਕਿ ਉਹ ਪਰਸੋਂ ਘਰ ਵਾਪਸ ਆ ਰਹੇ ਹਨ। ਮੈਂ ਬਹੁਤ ਖੁਸ਼ ਸੀ ਤੇ ਉਹਨਾਂ ਦੇ ਆਉਣ ਦੀਆਂ ਤਿਆਰੀਆਂ ਵਿੱਚ ਲੱਗ ਗਈ। ਸ਼ਾਇਦ ਮੈਂ ਬਹੁਤ ਜ਼ਿਆਦਾ ਸੋਚ ਰਹੀ ਸੀ। ਹੁਣ ਮੈਂ ਸੋਚ ਲਿਆ ਸੀ ਕਿ ਮੈਂ ਇਸ ਮਾਮਲੇ ਤੋਂ ਦੂਰ ਹੀ ਰਹਾਂਗੀ। ਰਾਤ ਦਾ ਵਕਤ ਸੀ ਜਦ ਮੈਂ ਦੇਖਿਆ ਕਿ ਅਚਾਨਕ ਮੇਰਾ ਸਹੁਰਾ ਫਿਰ ਤੋਂ ਬਾਹਰ ਨਿਕਲਿਆ। ਮੈਂ ਉਸੇ ਸਮੇਂ ਇੱਕ ਦਰਖਤ ਦੇ ਪਿੱਛੇ ਲੁਕ ਗਈ। ਉਹਨਾਂ ਨੇ ਮੈਨੂੰ ਦੇਖਿਆ ਨਹੀਂ ਸੀ। ਉਹ ਚਲਦੇ ਚਲਦੇ ਫੋਨ ਤੇ ਕਿਸੇ ਨਾਲ ਗੱਲ ਕਰ ਰਹੇ ਸਨ ਤੇ ਨਾਲ ਹੀ ਇੱਧਰ ਉੱਧਰ ਵੀ ਦੇਖ ਰਹੇ ਸਨ। ਮੈਂ ਥੋੜਾ ਹੋਰ ਅੱਗੇ ਹੋ ਕੇ ਲੁਕ ਗਈ ਤਾਂ ਕਿ ਉਹਨਾਂ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸੁਣ ਸਕਾਂ। ਸਹੁਰੇ ਦੀਆਂ ਗੱਲਾਂ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਇੱਕ ਵਾਰ ਤਾਂ ਮੈਨੂੰ ਯਕੀਨ ਨਹੀਂ ਹੋਇਆ ਕਿ ਸ਼ਾਇਦ ਮੈਂ ਗਲਤ ਸੁਣ ਲਿਆ ਹੋਵੇ। ਫਿਰ ਉਹ ਗੱਲ ਕਰਕੇ ਅੰਦਰ ਆ ਗਏ। ਮੈਂ ਵੀ ਅੰਦਰ ਆ ਗਈ, ਪਰ ਉਹਨਾਂ ਦੀਆਂ ਗੱਲਾਂ ਮੈਨੂੰ ਬਹੁਤ ਪਰੇਸ਼ਾਨ ਕਰ ਰਹੀਆਂ ਸਨ। ਹੁਣ ਅੱਧਾ ਸੱਚ ਤਾਂ ਮੈਨੂੰ ਪਤਾ ਚੱਲ ਗਿਆ ਸੀ, ਪਰ ਸਾਰਾ ਸੱਚ ਪਤਾ ਕਰਨ ਲਈ ਮੈਨੂੰ ਇਹ ਪਤਾ ਲਗਾਉਣਾ ਸੀ ਕਿ ਉਹ ਕਮਰੇ ਵਿੱਚ ਕੀ ਕਰਦੇ ਹਨ। ਮੈਨੂੰ ਇੰਨਾ ਤਾਂ ਪਤਾ ਸੀ ਕਿ ਉਹ ਮੈਨੂੰ ਖੁਦ ਸਭ ਸੱਚ ਨਹੀਂ ਦੱਸਣਗੇ ਤੇ ਨਾ ਹੀ ਮੈਨੂੰ ਪਤਾ ਲਗਾਉਣ ਦੇਣਗੇ। ਇਸ ਲਈ ਸਭ ਕੁਝ ਮੈਨੂੰ ਲੁਕ ਕੇ ਹੀ ਕਰਨਾ ਪੈਣਾ ਸੀ। ਸ਼ਾਮ ਨੂੰ ਮੇਰੇ ਸਸੁਰ ਫਿਰ ਤੋਂ ਸੀਡੀ ਲੈ ਕੇ ਆਏ। ਉਹ ਰੋਜ਼ ਦੀ ਤਰ੍ਹਾਂ ਆਪਣੇ ਕਮਰੇ ਵਿੱਚ ਚਲੇ ਗਏ। ਮੈਂ ਚੁੱਪਚਾਪ ਵਿਹੜੇ ਵਿੱਚ ਬੈਠੀ ਰਹੀ। ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਕੁਝ ਵੀ ਕਹਿਣ ਤੇ ਜੋ ਮੈਂ ਸੋਚਿਆ ਹੈ ਉਹਨਾਂ ਨੂੰ ਮੇਰੇ ਤੇ ਸ਼ੱਕ ਹੋ ਜਾਵੇ। ਮੈਂ ਆਪਣੇ ਕਮਰੇ ਵਿੱਚ ਆ ਕੇ ਆਪਣੇ ਪਤੀ ਦੇ ਆਉਣ ਦੀਆਂ ਤਿਆਰੀਆਂ ਕਰਨ ਲੱਗੀ। ਕੱਲ੍ਹ ਨੂੰ ਮੇਰੇ ਪਤੀ ਨੇ ਵਾਪਸ ਆਉਣਾ ਸੀ। ਹੁਣ ਮੈਨੂੰ ਕੱਲ੍ਹ ਦੇ ਦਿਨ ਦਾ ਇੰਤਜ਼ਾਰ ਸੀ ਕਿ ਉਸ ਰਾਜ਼ ਤੋਂ ਪਰਦਾ ਉਠਾਇਆ ਜਾ ਸਕੇ। ਆਖਰ ਇੰਤਜ਼ਾਰ ਵੀ ਖਤਮ ਹੋ ਹੀ ਗਿਆ ਤੇ ਕੱਲ੍ਹ ਦਾ ਦਿਨ ਵੀ ਆ ਗਿਆ। ਮੈਂ ਹੁਣ ਸਸੁਰ ਦੇ ਸੀਡੀ ਲਿਆਉਣ ਦਾ ਇੰਤਜ਼ਾਰ ਕਰ ਰਹੀ ਸੀ। ਮੈਂ ਆਪਣੇ ਸੱਸ ਸਹੁਰੇ ਦੇ ਸਾਹਮਣੇ ਆਪਣੇ ਆਪ ਨੂੰ ਕੰਮ ਵਿੱਚ ਬਿਜੀ ਰੱਖਿਆ ਤਾਂ ਕਿ ਉਹਨਾਂ ਨੂੰ ਮੇਰੇ ਤੇ ਸ਼ੱਕ ਨਾ ਹੋਵੇ। ਫਿਰ ਮੇਰੇ ਸਸੁਰ ਸੀਡੀ ਲੈਣ ਲਈ ਚਲੇ ਗਏ ਤੇ ਮੇਰੀ ਸੱਸ ਬਾਹਰ ਵਿਹੜੇ ਵਿੱਚ ਆ ਕੇ ਬੈਠ ਗਈ। ਮੈਨੂੰ ਪਤਾ ਸੀ ਕਿ ਮੇਰਾ ਸਹੁਰਾ ਸੀਡੀ ਲੈ ਕੇ ਵਾਪਸ ਆਉਣ ਹੀ ਵਾਲਾ ਹੈ। ਇਸ ਲਈ ਮੈਂ ਆਪਣੇ ਸੋਚੇ ਸਮਝੇ ਮੁਤਾਬਿਕ ਜਲਦੀ ਨਾਲ ਉਹਨਾਂ ਦੇ ਕਮਰੇ ਵਿੱਚ ਲੁਕ ਕੇ ਬੈਠ ਗਈ। ਮੇਰੇ ਪਤੀ ਦੇ ਆਉਣ ਵਿੱਚ ਵੀ ਥੋੜਾ ਹੀ ਸਮਾਂ ਸੀ, ਪਰ ਮੈਨੂੰ ਉਸ ਤੋਂ ਪਹਿਲਾਂ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਪਤਾ ਲਗਾਉਣਾ ਸੀ। ਥੋੜੀ ਦੇਰ ਬਾਅਦ ਮੇਰਾ ਸਹੁਰਾ ਸੀਡੀ ਲੈ ਕੇ ਆ ਗਿਆ ਤੇ ਹਰ ਵਾਰ ਦੀ ਤਰ੍ਹਾਂ ਸੱਸ ਤੇ ਸਹੁਰਾ ਕਮਰੇ ਵਿੱਚ ਆ ਗਏ ਤੇ ਉਹਨਾਂ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਫਿਰ ਉਹਨਾਂ ਨੇ ਸੀਡੀ ਨੂੰ ਪਲੇਅ ਕੀਤਾ ਤੇ ਫਿਲਮ ਦੇਖਣੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਫਿਲਮ ਸ਼ੁਰੂ ਹੋ ਗਈ ਮੈਂ ਧਿਆਨ ਨਾਲ ਉਸ ਨੂੰ ਦੇਖ ਰਹੀ ਸੀ।
ਮੈਂ ਜਿਵੇਂ-ਜਿਵੇਂ ਫਿਲਮ ਦੇਖ ਰਹੀ ਸੀ, ਸ਼ਰਮ ਦੇ ਮਾਰੇ ਪਾਣੀ-ਪਾਣੀ ਹੋ ਗਈ ਸੀ। 30 ਮਿੰਟ ਤੋਂ ਬਾਅਦ ਉਹ ਫਿਲਮ ਖਤਮ ਹੋ ਗਈ। ਮੈਂ ਗੁੰਮ-ਸੁੰਮ ਉੱਥੇ ਹੀ ਬੈਠੀ ਰਹੀ। ਮੈਨੂੰ ਨਹੀਂ ਪਤਾ ਸੀ ਕਿ ਜੇ ਮੇਰੇ ਸੱਸ-ਸਹੁਰੇ ਨੂੰ ਮੇਰੇ ਇੱਥੇ ਹੋਣ ਦਾ ਪਤਾ ਚੱਲ ਗਿਆ ਤਾਂ ਉਹ ਮੇਰੇ ਨਾਲ ਕੀ ਕਰਨਗੇ। ਮੈਂ ਆਪਣੀ ਪਲਾਨ ਦਾ ਇੰਤਜ਼ਾਰ ਕਰ ਰਹੀ ਸੀ। ਠੀਕ 5 ਮਿੰਟ ਬਾਅਦ ਹੀ ਦਰਵਾਜ਼ੇ 'ਤੇ ਦਸਤਕ ਹੋਈ। ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਦੰਗ ਰਹਿ ਗਏ ਤੇ ਮੈਂ ਵੀ ਉੱਠ ਕੇ ਬਾਹਰ ਵੱਲ ਭੱਜੀ। ਮੈਨੂੰ ਆਪਣੇ ਕਮਰੇ ਤੋਂ ਬਾਹਰ ਆਉਂਦਾ ਦੇਖ ਕੇ ਉਹ ਹੈਰਤ ਵਿੱਚ ਪੈ ਗਏ। ਮੇਰਾ ਸਹੁਰਾ ਮੈਨੂੰ ਗੁੱਸੇ ਨਾਲ ਦੇਖ ਰਿਹਾ ਸੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਕਹਾਣੀ ਖੁਦ ਦੱਸੋਗੇ ਜਾਂ ਮੈਂ ਦੱਸਾਂ। ਜਦ ਪੁਲਿਸ ਨੇ ਸਖਤੀ ਕੀਤੀ ਤਾਂ ਉਹ ਦੱਸਣ ਲਈ ਤਿਆਰ ਹੋ ਗਏ। ਐਨੇ ਨੂੰ ਮੇਰੇ ਪਤੀ ਵੀ ਆ ਗਏ। ਉਹ ਵੀ ਹੈਰਾਨ ਸੀ ਜਦ ਮੇਰੇ ਸਹੁਰੇ ਨੇ ਦੱਸਣਾ ਸ਼ੁਰੂ ਕੀਤਾ। ਉਹਨਾਂ ਨੇ ਕਿਹਾ ਕਿ ਹਾਂ, ਅਸੀਂ ਇਹ ਸਭ ਕੁਝ ਕੀਤਾ ਹੈ। ਅਸੀਂ ਇੱਕ ਗੈਂਗ ਦੇ ਲੀਡਰ ਹਾਂ। ਸਾਡੇ ਨਾਲ 2 ਆਦਮੀ ਹੋਰ ਹਨ। ਅਸੀਂ ਕਈ ਸਾਲਾਂ ਤੋਂ ਇਹ ਕੰਮ ਕਰ ਰਹੇ ਹਾਂ ਤੇ ਇਸ ਕੰਮ ਨੂੰ ਅੰਜਾਮ ਦੇ ਰਹੇ ਹਾਂ। ਸਾਡਾ ਕੰਮ ਕੁੜੀਆਂ ਨੂੰ ਕਿਡਨੈਪ ਕਰਨਾ ਹੈ ਤੇ ਅਸੀਂ ਬਹੁਤ ਸਾਰੀਆਂ ਕੁੜੀਆਂ ਨੂੰ ਬਾਹਰ ਵਿਦੇਸ਼ ਭੇਜਿਆ ਹੈ। ਇਹਨਾਂ ਵਿੱਚੋਂ ਕਈਆਂ ਤੋਂ ਭੀਖ ਮੰਗਵਾਉਂਦੇ ਹਾਂ ਤੇ ਉਹਨਾਂ ਵਿੱਚੋਂ ਕਈਆਂ ਕੁੜੀਆਂ ਨੂੰ ਜ਼ਬਰਦਸਤੀ ਗਲਤ ਕੰਮਾਂ ਵਿੱਚ ਲਗਾਉਂਦੇ ਹਾਂ। ਸਾਡੀ ਪੂਰੀ ਗੈਂਗ ਹੈ ਤੇ ਅਸੀਂ ਇਹ ਕੰਮ ਕਈ ਸਾਲਾਂ ਤੋਂ ਕਰ ਰਹੇ ਹਾਂ। ਸਾਡੇ ਪੈਰ ਇੱਥੇ ਪੂਰੀ ਤਰ੍ਹਾਂ ਜੰਮ ਗਏ ਸਨ, ਇਸ ਲਈ ਸਾਨੂੰ ਕੋਈ ਅਜੇ ਤੱਕ ਫੜ ਨਹੀਂ ਸਕਿਆ ਸੀ। ਸਾਡਾ ਰੋਜ਼ ਦਾ ਕੰਮ ਕਿਸ ਤਰ੍ਹਾਂ ਚੱਲ ਰਿਹਾ ਹੈ, ਇਸ ਨੂੰ ਜਾਣਨ ਲਈ ਅਸੀਂ ਇੱਕ ਗ੍ਰਾਹਕ ਦੀ ਤਰ੍ਹਾਂ ਦੁਕਾਨ ਤੋਂ ਸੀਡੀ ਖਰੀਦਦੇ ਤੇ ਫਿਰ ਉਸ ਸੀਡੀ ਨੂੰ ਦੇਖਦੇ। ਜੇ ਕੋਈ ਗਲਤੀ ਹੁੰਦੀ ਤਾਂ ਉਹਨਾਂ ਨੂੰ ਫੋਨ ਕਰਕੇ ਦੱਸ ਦਿੰਦੇ। ਕੋਈ ਸਾਨੂੰ ਫੜ ਨਹੀਂ ਸਕਿਆ ਸੀ। ਇਹ ਸਾਰੀ ਦੌਲਤ ਅਸੀਂ ਇਸੇ ਤਰ੍ਹਾਂ ਇਕੱਠੀ ਕੀਤੀ ਹੈ। ਪਤਾ ਨਹੀਂ ਇਸ ਕੁੜੀ ਨੂੰ ਕਿਵੇਂ ਪਤਾ ਚੱਲ ਗਿਆ। ਮੈਂ ਤਾਂ ਇਸ ਨੂੰ ਪਹਿਲੇ ਹੀ ਦਿਨ ਜਾਨ ਤੋਂ ਮਾਰ ਦੇਣਾ ਚਾਹੁੰਦਾ ਸੀ, ਪਰ ਮੇਰੀ ਪਤਨੀ ਨੇ ਮਨਾ ਕਰ ਦਿੱਤਾ। ਸ਼ਾਇਦ ਇਸ ਦੇ ਦਿਲ ਵਿੱਚ ਆਪਣੀ ਬਹੂ ਦੇ ਲਈ ਰਹਿਮ ਆ ਗਿਆ ਸੀ ਤੇ ਇਸ ਤੋਂ ਪਹਿਲਾਂ ਕਿ ਮੈਂ ਇਸ ਦਾ ਹੋਰ ਬੰਦੋਬਸਤ ਕਰਦਾ, ਇਹ ਸਾਡੇ ਤੱਕ ਪਹੁੰਚ ਗਈ। ਮੈਂ ਤੇ ਮੇਰੇ ਪਤੀ ਉਹਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ। ਮੇਰੇ ਪਤੀ ਨੇ ਜ਼ਿੰਦਗੀ ਵਿੱਚ ਸੋਚਿਆ ਨਹੀਂ ਹੋਵੇਗਾ ਕਿ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ। ਉਸ ਰਾਤ 2 ਆਦਮੀਆਂ ਨੂੰ ਦੇਖਣਾ ਮੇਰਾ ਕੋਈ ਵਹਿਮ ਨਹੀਂ ਸੀ, ਸਗੋਂ ਉੱਥੇ ਇੱਕ ਮੇਰਾ ਸਹੁਰਾ ਸੀ ਤੇ ਦੂਸਰਾ ਇੱਕ ਹੋਰ ਆਦਮੀ ਸੀ ਜਿਹੜਾ ਉਹਨਾਂ ਨਾਲ ਮਿਲਿਆ ਹੋਇਆ ਸੀ। ਗਾਰਡ ਨੂੰ ਵੀ ਮੇਰੇ ਸਹੁਰੇ ਨੇ ਹੀ ਆਪਣੇ ਨਾਲ ਮਿਲਾ ਲਿਆ ਸੀ। ਸੀਡੀ ਦੀ ਦੁਕਾਨ ਵਾਲਾ ਵੀ ਮੇਰੇ ਸਹੁਰੇ ਨਾਲ ਮਿਲਿਆ ਹੋਇਆ ਸੀ। ਮੇਰਾ ਸਹੁਰਾ ਸੀਡੀ ਲਿਆਉਣ ਦਾ ਟਾਈਮ ਇਸ ਲਈ ਬਦਲ ਦਿੰਦਾ ਸੀ ਤਾਂ ਕਿ ਉਸ 'ਤੇ ਕਿਸੇ ਨੂੰ ਸ਼ੱਕ ਨਾ ਹੋਵੇ। ਮੇਰੇ ਪਤੀ ਨੂੰ ਇਸ 'ਤੇ ਬਹੁਤ ਸ਼ਰਮਿੰਦਗੀ ਹੋਈ। ਪੁਲਿਸ ਮੇਰੇ ਸੱਸ ਤੇ ਸਹੁਰੇ ਨੂੰ ਫੜ ਕੇ ਲੈ ਗਈ ਤੇ ਉਹਨਾਂ ਦੇ ਜ਼ਰੀਏ ਉਹਨਾਂ ਦੇ ਗੈਂਗ ਦੇ ਹੋਰ ਬੰਦਿਆਂ ਨੂੰ ਵੀ ਗ੍ਰਿਫਤਾਰ ਕਰ ਲਿਆ। ਫਿਰ ਅਸੀਂ ਉਹ ਘਰ ਛੱਡ ਦਿੱਤਾ। ਮੇਰੇ ਪਤੀ ਨੇ ਸਾਰਾ ਪੈਸਾ NGO ਦੇ ਟਰਸਟ ਵਿੱਚ ਦੇ ਦਿੱਤਾ। ਮੈਂ ਪੜ੍ਹੀ ਲਿਖੀ ਸੀ। ਮੈਂ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਦੋਨਾਂ ਨੇ ਮਿਲ ਕੇ ਕਈ ਸਾਲਾਂ ਬਾਅਦ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰ ਲਿਆ। ਮੈਂ ਖੁਸ਼ ਹਾਂ ਕਿ ਮੇਰੇ ਪਤੀ ਜਲਦੀ ਸੰਭਲ ਗਏ।